बिस्मिल्लाहिर्रहमानिर्रहीम अस्सलाम वालेकुम दोस्तों की हाल चाल जी ठीक ठाक हो। ਅੱਜ ਅਸੀਂ ਸਰਕਾਰ ਚੱਲੇ ਜੇ ਨਾਰੋਵਾਲ। ਠੀਕ ਹੈ ਜੀ, ਨਾਰੋਵਾਲ ਅਸੀਂ ਜਾ ਰਹੇ ਹਾਂ ਜੀ ਭਾਈ ਅਕੀਲ ਕੋਲ। ਅਲਮਰੂਫ ਗੁੱਜਰ ਸਾਹਿਬ ਤੇ ਨਾਲ ਉਹਨਾਂ ਦੇ ਹੈਗੇ ਨੇ ਜਨਾਬ ਸਮੀਉਲਾ ਸਾਹਿਬ ਤੇ ਬੱਗਾ ਸਾਹਿਬ ਤੇ ਤੁਸੀਂ ਵੇਖੇ ਦੇ ਹੋਣਗੇ। ਠੀਕ ਹੈ ਜੀ, ਤੇ ਅਸੀਂ ਅੱਜ ਚੱਲੇ ਜੀ ਉਹਨਾਂ ਦੇ ਸ਼ੈੱਡ ਤੇ ਵਿਜ਼ਿਟ ਕਰਨ ਚੱਲੇ ਜੀ। ਉਹਨਾਂ ਨੇ ਸਾਡੀ ਦਾਵਤ ਕੀਤੀ ਦੀ ਹੈ ਜਨਾਬ। ਤੇ ਅੱਜ ਅਸੀਂ ਜਾ ਕੇ ਤੇ ਇਹ ਗੱਡੀ ਦੇਖੋ ਤੁਸੀਂ, ਸਾਨੂੰ ਗੱਡੀ ਤੇ ਜਾ ਰਹੇ ਹਾਂ ਅਸੀਂ, ਅੱਲਾ ਖੈਰ ਕਰੇ। ਤੇ ਜਾ ਕੇ ਜਨਾਬ ਉਹ ਸ਼ੈੱਡ ਦਾ ਵਿਜ਼ਿਟ ਕਰਨੇ ਆ, ਮਾਲ ਚੈੱਕ ਕਰਨੇ ਆ ਉਹਨਾਂ ਦਾ ਕਿੰਨਾ ਮਾਲ, ਔਰ ਮਾਲ ਦੀ ਵਿਊ ਵੀ ਤੁਹਾਨੂੰ ਵਿਖਾਉਂਦੇ ਆ ਕਿ ਭਾਈ ਗੁੱਜਰ ਸਾਹਿਬ ਦਾ ਮਾਲ ਜਿਹੜਾ ਉਹ ਜਨਾਬ ਕਿੱਥੋਂ ਤੱਕ ਪਹੁੰਚਿਆ, ਕਿੰਨਾ ਕੁ ਤਿਆਰ ਹੋ ਗਿਆ, ਕਿੰਨਾ ਕੁ ਰਹਿ ਗਿਆ, ਕੀ ਖਰਚਾ ਕਰ ਚੁੱਕੇ ਨੇ ਹੁਣ ਤੱਕ, ਉਹ ਸਾਰੀ ਮਾਲੂਮਾਤ ਉਹਨਾਂ ਕੋਲ ਲੈਂਦੇ ਆ, ਗੱਪਸ਼ਪ ਲਾਉਂਦੇ ਆ। ਠੀਕ ਹੈ ਦੋਸਤੋ, ਅੱਲਾ ਖੈਰ ਕਰੇ। ਅਸੀਂ ਹੁਣ ਥੋੜੀ ਦੇਰ ਤੱਕ ਕੋਟ ਨਿਆਣੇ ਤੋਂ ਨਾਰੋਵਾਲ ਚੱਲੇ ਜਨਾਬ। ਕਮ ਸੇ ਕਮ 60 ਤੋਂ 65 ਕਿਲੋਮੀਟਰ ਸਫ਼ਰ ਹੈਗਾ ਜੀ। ਤੇ ਇਹ ਅਸੀਂ ਸਫ਼ਰ ਸ਼ੁਰੂ ਕਰ ਦਿੱਤਾ, ਅੱਲਾ ਖੈਰ ਕਰੇ। ਤੇ ਉਹਨਾਂ ਕੋਲ ਪਹੁੰਚ ਗਏ ਕਿਉਂ ਭਾਈ ਬਗਾ ਜੀ, ਤੇ ਫਿਰ ਗੱਪਸ਼ਪ ਲਾਉਂਦੇ ਆ। ਠੀਕ ਹੈ ਦੋਸਤੋ, ਅੱਲਾ ਖੈਰ ਕਰੇ, ਤੇ ਚੱਲਦੇ ਆ। ਆ ਜਾਓ। वाह जी वाह, ये माहौल में तो बैठे बैठे गुजर साहब हैं। अस्सलाम वालेकुम जनाब। हाँ बागा साहब, क्या हाल है? ठीक हो? हाँ ठीक हो सर, सब खैरियत से। अस्सलाम वालेकुम भाई, क्या हाल है? ਅੱਜ ਦੇ ਦੋਸਤੋ ਅਸੀਂ ਪਹੁੰਚ ਕੇ ਅੱਲਾ ਖੈਰ ਕਰੇ ਭਾਈ ਗੁੱਜਰ ਦੇ ਫਾਰਮ ਤੇ। ਠੀਕ ਹੈ ਜੀ, ਹੁਣ ਵਿਊ ਮਾਰਨੇ ਉਹਨਾਂ ਦੇ ਪੂਰੇ ਫਾਰਮ ਦਾ। ਤੇ ਬੜਾ ਜ਼ਬਰਦਸਤ ਫਾਰਮ ਹੈਗਾ ਜਨਾਬ, ਖੁੱਲੀ ਫਿਜ਼ਾ ਦੇ ਵਿੱਚ ਹੈਗਾ ਜੀ। ਤੇ ਠੀਕ ਹੈ ਸਰਕਾਰ, ਜ਼ਰਾ ਅੰਦਰ ਦਾ ਵੀ ਜ਼ਰਾ ਵਿਊ ਮਾਰ ਲਈਏ, ਆ ਜਾਓ ਜ਼ਰਾ। ਰਾਣਾ ਸਾਹਿਬ ਕੋਈ ਚੀਜ਼ ਰਹਿ ਨਾ ਜਾਏ ਗੁੱਜਰ ਸਾਹਿਬ ਦੀ। ਆਹ ਜਦੋਂ ਦੋਸਤੋ ਤੁਸੀਂ ਚੈੱਕ ਕਰ ਲਓ ਸਰਕਾਰ ਮਾਲ। और भाई गुजर साहब सब ठीक ठाक है ना? अल्हम्दुलिल्लाह, अल्लाह का बड़ा शुक्र है, करम अल्लाह की ज़ात। तुसीं सुनाओ? ठीक ठाक। हैं और केर ही है, केर ही ज़्यादा जड़ी है ना हुण छोटे मोटे रह गए होने को 5-7 जी केर है, 5-7 रह गई होनी केर हुण जी हैगी है। डरदे मौजा लैन दे ने, खुली जगह, खुली जगह मौजा लैन दे ने। ये तो 2000 जो है, 4000 है, नहीं 2000 होंदा तो फिर तो हाँ जी वीडियो दे नहीं वीडियो तो
ਰੋਲਾ ਹੈਗਾ ਸੀਗਾ। ਸ਼ਾਟ ਲੱਗਦਾ ਰਿਹਾ ਕਿ ਜਿੱਥੇ ਆਏਗੀ ਬਰਤਨ ਤਾਂ ਚੁੱਕਦੇ ਹੋ, ਬਰਤਨ ਥੱਲੇ ਕਰਦੇ ਹੋ। ਫਿਰ ਤਾਂ ਟੁਰਦਾ ਹੀ ਲੈਣਾ। ਹਵਾਈ ਜਹਾਜ਼ ਜੀ ਤਾਂ ਦੋਸਤੋ ਇਹ ਹੈਗਾ ਜੇ ਮਾਲ ਸਰਕਾਰ ਫਾਰਮ ਦੇਸੀ ਗੋਲਡਨ ਮਿਸ਼ੀ ਚੂਜ਼ਿਆਂ ਦਾ ਸਰਕਾਰ ਦਿੱਤਾ ਸੀ, ਤੁਹਾਨੂੰ ਦੱਸਿਆ ਕਿ ਨਾ ਨੈਣੇ ਕੋਟਾ ਟੁਰੇ ਆ ਤੇ ਨਾਰਵਲ ਪਹੁੰਚੇ ਆ, ਅੱਲਾ ਖੈਰ ਕਰੇ। ਤੇ ਭਾਈ ਗੁੱਜਰ ਸਾਹਿਬ ਤੇ ਨਾਲ ਉਹਨਾਂ ਦੇ ਹੈਗੇ ਨੇ ਜਨਾਬ ਸਮੀਉੱਲਾ ਸਾਹਿਬ। ਇਹ ਸਰਕਾਰ ਇਹਨਾਂ ਨੇ ਸਾਡੀ ਵੀਡੀਓ ਵੇਖ ਕੇ ਨਾ ਤੇ ਫਿਰ ਮਾਲ ਸ਼ੁਰੂ ਕੀਤਾ ਸੀ, ਅੱਲਾ ਖੈਰ ਕਰੇ। ਭਾਈ ਸਮੀਉੱਲਾ ਦਾ ਦੂਸਰਾ ਫਲਾਕ ਹੈਗਾ ਤੇ ਭਾਈ ਗੁੱਜਰ ਸਾਹਿਬ ਦਾ ਪਹਿਲਾ ਫਲਾਕ ਹੈਗਾ ਜੀ। ਤੇ ਉਹਨਾਂ ਨਾਲ ਗੱਪਸ਼ਪ ਲਾ ਲੈਂਦੇ ਆ ਕਿ ਜਨਾਬ ਆਇਆ ਕਿ ਉਹਨਾਂ ਨੂੰ ਇਸ ਕੰਮ ਦੇ ਵਿੱਚ ਕੋਈ ਮਜ਼ਾ ਆ ਰਿਹਾ ਜਾਂ ਨਹੀਂ ਆ ਰਿਹਾ। ਫਿਲਹਾਲ ਤੇ ਬੱਚਤ ਜਿਹੜੀ ਉਹ ਜਦੋਂ ਫਲਾਕ ਵਿਕੇਗਾ, ਫਲਾਕ ਜਦੋਂ ਵੇਚਣਗੇ ਫਿਰ ਪਤਾ ਲੱਗਣਾ ਕਿ ਬੱਚਤ ਆਈ ਆ ਕਿ ਨਹੀਂ ਆਈ। ਫਿਲਹਾਲ ਤਿਆਰੀ ਦੇ ਵਿੱਚ ਉਹਨਾਂ ਨੂੰ ਕੋਈ ਮਜ਼ਾ ਆ ਰਿਹਾ, ਤਿਆਰੀ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਹੈ ਉਹਨਾਂ ਨੂੰ, ਇਹ ਤੇ ਉਹਦੇ ਨਾਲ ਗੁਫ਼ਤਗੂ ਕਰ ਲੈਂਦੇ ਹਾਂ, ਗੱਪਸ਼ਪ ਲਾਉਂਦੇ ਹਾਂ। ਅੱਲਾ ਖੈਰ ਕਰੇ। ਤੇ ਮਾਲ ਤੁਸੀਂ ਵੇਖ ਲਓ, ਮਾਲ ਸਾਰਾ ਐਕਟਿਵ ਹੈ, ਠੀਕ ਹੈ ਜੀ। ਅੱਲਾ ਖੈਰ ਕਰੇ। 4000 ਚੂਜ਼ਾ ਪਾਇਆ ਇਹਨਾਂ ਨੇ, 4000 ਚੂਜ਼ਾ। ਔਰ ਫਾਰਮ ਵੀ ਬਿਲਕੁਲ ਕਾਫੀ ਖੂਬਸੂਰਤ ਜਗ੍ਹਾ ਦੇ ਵਿੱਚ ਹੈ ਜਨਾਬ, ਖੁੱਲੀ ਫਿਜ਼ਾ ਦੇ ਵਿੱਚ ਫਾਰਮ ਹੈਗਾ ਜੀ। ਔਰ ਫਾਰਮ ਵੀ ਇਸ ਤਰੀਕੇ ਦਾ ਹੀ ਹੋਣਾ ਚਾਹੀਦਾ। ਔਰ ਬੈੱਡ ਤੁਹਾਨੂੰ ਚੈੱਕ ਕਰਵਾ ਦਿੰਦੇ ਹਾਂ, ਬੈੱਡ ਵੀ ਬਿਲਕੁਲ ਖੁਸ਼ਕ ਹੈਗਾ ਜੀ। ਇਹਦੇ ਪਰ ਮੇਰੇ ਹੱਥਾਂ ਨਾਲ ਕੋਈ ਚੀਜ਼ ਨਹੀਂ ਲੱਗੀ ਹੈਗੀ ਕਿਸੇ ਕਿਸਮ ਦੀ। ਇੱਕ ਵਾਰੀ ਫਿਰ ਤੁਹਾਨੂੰ ਫੜ ਕੇ ਦਿਖਾ ਦਿੰਦੇ ਹਾਂ, ਇਹ ਬੈੱਡ ਹੈਗਾ ਜੀ, ਠੀਕ ਹੈ ਨਾ। ਕਿਸੇ ਕਿਸਮ ਦੀ ਕੋਈ ਮਤਲਬ ਕਿ ਸੈੱਲ ਨਹੀਂ ਹੈਗੇ, ਤੇ ਸਿੱਲਾ ਨਹੀਂ ਹੈਗਾ, ਪਾਣੀ ਦਾ ਨਿਸ਼ਾਨ ਤੱਕ ਨਹੀਂ ਹੈਗਾ। ਬੈੱਡ ਬਿਲਕੁਲ ਖੁਸ਼ਕ ਹੈਗਾ। ਖੁਸ਼ਕ ਬੈੱਡ ਦੀ ਵਜ੍ਹਾ ਤੋਂ ਹੀ ਚੂਜ਼ਾ ਦੇਖ ਲਓ ਤੇ ਖੁਸ਼ਹਾਲ ਹੈ, ਛਾਲਾ ਮਾਰਦਾ ਪਿਆ ਚੂਜ਼ਾ, ਫਿਰਦਾ ਟੁਰਦਾ ਪਿਆ ਦੋਸਤੋ। ਔਰ ਅੱਲਾ ਖੈਰ ਕਰੇ। ਅੱਜ 49 ਦਿਨ ਦਾ ਉਹਨਾਂ ਦੇ ਕਹਿਣ ਦੇ ਮੁਤਾਬਕ ਅੱਜ 49 ਦਿਨ ਦਾ ਚੂਜ਼ਾ ਹੋ ਗਿਆ। ਅੱਛਾ ਭਾਈ ਬਗਾ ਜੀ ਦੱਸੋ ਰੇਟ ਸ਼ੇਟ ਦਾ ਕੀ ਸੂਰਤ ਹਾਲ ਹੈ? ਰੇਟ ਹੁਣ ਤੇ ਵੇਚਣ ਦੇ ਕਰੀਬ ਆ ਗਿਆ, ਅੱਲਾ ਖੈਰ ਕਰੇ। ਰੇਟ ਤੇ ਫੇਰੀਵਾਲ ਨੂੰ ਇਸ ਟਾਈਮ 820 ਰੁਪਏ ਚ ਭਰਦੇ ਪਏ ਨੇ ਮਾਲ। 820 ਰੁਪਏ ਚ ਭਰਦੇ ਪਏ ਨੇ? ਹਾਂ, ਇਹ ਨਾਰਵਾਲ ਦੇ ਵਿੱਚ। ਅੱਛਾ, ਐਸੇ ਸਿਟੀ ਦੇ ਵਿੱਚ ਹੀ? ਹਾਂ, 820 ਚ ਭਰਦੇ ਪਏ, ਕਈ 850 ਵੀ ਭਰਾਉਣ ਡਿਆ ਪਏ ਨੇ। ਠੀਕ ਹੈ। ਤੇ ਬਾਕੀ ਠੀਕ ਆ ਮਾਲ, ਨਾ ਖੈਰ ਕੀ ਮਾਲ ਤੋਂ ਬਸੇਰਾ ਹਰ ਚੀਜ਼ ਪੂਰੀ ਆ। ਮਾਲ ਦਾ ਅੱਲਾ ਖੈਰ ਕਰੇ ਬਿਲਕੁਲ ਲੇਕਿਨ ਆਮ ਨਾਰਵਾਲ ਦੇ ਫਾਰਮਾਂ ਵਿੱਚ ਚੱਲ ਜਾਓ ਨਾ, ਇਹੋ ਜਿਹੀ ਦੋ ਬਸੇਰਾ ਕਿਸੇ ਮਾਲ ਦਾ ਵੀ ਹੈ ਨਹੀਂਗਾ। ਠੀਕ ਹੈ। ਕਿਉਂਕਿ ਨਿੱਕੇ ਨਿੱਕੇ ਚੂਚੇ ਨੇ ਸਾਰੇ ਦਾ ਹੱਥ ਲਵਾਤੇ ਦੇ ਨੇ। ਠੀਕ ਹੈ। ਲੇਕਿਨ ਇਹ ਚੂਚਾ ਫੇਰੀਵਾਨ ਤੋਂ ਜ਼ਿਆਦਾ ਨਾ ਭਾਰਾ ਸਮਝੀ ਹੋ ਰਹੀ ਆ, ਆਪਣੇ ਦਿਨਾਂ ਤੋਂ ਜ਼ਿਆਦਾ ਹੋ ਗਿਆ, ਅੱਲਾ ਖੈਰ ਕੀਤੀ। ਲੇਕਿਨ ਐਵਰੇਜ ਮਾਲ ਦੀ ਸਹੀ ਹੈਗੀ, ਮਾਲ ਦੀ ਚਮਕ ਸਹੀ ਆ, ਠੀਕ ਹੈ, ਰੰਗ ਸਹੀ ਆ। ਇਹਨਾਂ ਨੇ ਮਿਹਨਤ ਵਿੱਚ ਕੋਈ ਸ਼ੱਕ ਨਹੀਂ ਛੱਡਿਆ। ਠੀਕ ਹੈ। ਮਿਹਨਤ ਇਹਨਾਂ ਨੇ ਪੂਰੀ ਕੀਤੀ ਆ। ਠੀਕ ਹੈ। ਤੇ ਮਿਹਨਤ ਦੇ ਵਿੱਚ ਅੱਗੋਂ ਸਿਲਾ ਵਕਤ ਦਾ ਰੇਟ ਹੋਣਾ, ਜੋ ਵੀ ਰੇਟ ਵਕਤ ਦਾ ਹੋਏਗਾ, ਅੱਲਾ ਖੈਰ ਕੀਤੀ, ਜੋ ਵੀ ਹੋਵੇਗਾ। ਠੀਕ ਹੈ। ਮਾਲ ਤੁਹਾਨੂੰ ਪਸੰਦ ਆਇਆ? ਮਾਲ ਬਹੁਤ ਸੋਹਣਾ, ਬਹੁਤ ਸੋਹਣਾ, ਖੂਬਸੂਰਤ ਭਾਈ ਬੱਗਾ ਜਨਾਬ ਜਿਹਨਾਂ ਦਾ 18-19 ਸਾਲ ਦਾ ਤਜਰਬਾ ਹੈਗਾ ਇਸ ਚੀਜ਼ ਦਾ, ਉਹਨਾਂ ਨੇ ਨਾ ਮਾਲ ਵੇਖ ਕੇ ਕਿਹਾ ਜੀ, ਮਾਲ ਵੇਖ ਕੇ ਤਬੀਅਤ ਖੁਸ਼ ਹੋ ਗਈ ਹੈ। ਮਾਲ ਬਿਲਕੁਲ ਜ਼ਬਰਦਸਤ ਹੈਗਾ ਜੀ, ਖੁਸ਼ਹਾਲ ਮਾਲ। ਔਰ ਅਸੀਂ ਵੀ ਹਾਲਾਂਕਿ ਸਾਡਾ ਵੀ ਥੋੜਾ ਜਿਹਾ ਤਜਰਬਾ ਹੈ, ਅਸੀਂ ਵੀ ਮਾਲ ਚੈੱਕ ਕੀਤਾ, ਮਾਲ ਬਿਲਕੁਲ ਐਕਟਿਵ ਹੈਗਾ, ਕਿਸੇ ਕਿਸਮ ਦਾ ਕੋਈ ਮਤਲਬ ਇਹਦੇ ਵਿੱਚ ਨਹੀਂ ਹੈਗੀ ਉਹ ਕੋਈ ਐਸਾ ਕੋਈ ਚੂਜ਼ਾ ਜ਼ਾਇਆ ਹੋਏ। ਚੂਜ਼ੇ ਉਹ ਕਿੰਨੇ ਕੁ ਚੂਜ਼ੇ ਜ਼ਾਇਆ ਹੋਏ ਨੇ, ਅੱਲਾ ਖੈਰ ਕਰੇ। ਅੱਜ ਉਹਨਾਂ ਨਾਲ ਗੁਫ਼ਤਗੂ ਕਰਨੇ ਚ ਭਾਈ ਗੁੱਜਰ ਤੋਂ ਸਮੀਉੱਲਾ ਭਾਈ ਸਾਡੇ ਕੋਲ ਮੌਜੂਦ ਨੇ, ਉਹਨਾਂ ਕੋਲ ਅਸੀਂ ਪਹੁੰਚ ਚੁੱਕੇ ਹਾਂ। ਤੇ ਬਾਹਰ ਜਾ ਕੇ ਨਾ ਸ਼ੈਡ ਤੋਂ, ਕਿਉਂਕਿ ਸ਼ੋਰ ਦੇ ਵਿੱਚ ਜ਼ਰਾ ਥੋੜਾ ਸ਼ੋਰ ਹੋਣਾ ਚੂਜ਼ਿਆਂ ਦਾ, ਆਵਾਜ਼ ਕਲੀਅਰ ਨਹੀਂ ਆਣੀ, ਤੇ ਅਸੀਂ ਥੋੜਾ ਸ਼ੈਡ ਤੋਂ ਬਾਹਰ ਜਾ ਕੇ ਤੇ ਉਹਨਾਂ ਨਾਲ ਵੀ ਗੱਪਸ਼ਪ ਲਾ ਲੈਂਦੇ ਹਾਂ ਦੋਸਤੋ। ਜਦੋਂ ਦੋਸਤੋ ਅੱਲਾ ਖੈਰ ਕਰੇ, ਅਸੀਂ ਭਾਈ ਗੁੱਜਰ ਔਰ ਸਮੀਉੱਲਾ ਭਾਈ ਦੇ ਕੋਲ ਅਸੀਂ ਪਹੁੰਚ ਗਏ, ਅੱਲਾ ਖੈਰ ਕਰੇ ਖੈਰੀਅਤ ਨਾਲ। ਤੇ ਸ਼ਹਿਰ ਦਾ ਵਿਊ ਵੀ ਮਾਰਿਆ, ਤੁਸੀਂ ਚੂਜ਼ੇ ਵੀ ਦੇਖ ਲੈਣੇ ਐਕਟਿਵ ਨੇ, ਅੱਲਾ ਖੈਰ ਕਰੇ। ਤੇ ਹੁਣ ਥੋੜੀ ਜਿਹੀ ਗੱਪਸ਼ਪ ਲਾ ਲੈਣੇ ਭਾਈ ਉਹਨਾਂ ਨਾਲ। ਭਾਈ ਹੋਰ ਸਭ ਠੀਕ ਠਾਕ ਹੈ? ਅਲਹਮਦੁਲਿਲਾ। ਚਲੋ, ਸਾਨੂੰ ਸਭ ਤੋਂ ਪਹਿਲੇ ਕਿ ਤੁਹਾਨੂੰ ਕੋਈ ਇਹਦੇ 'ਚ ਕੋਈ ਮੁਸ਼ਕਲ ਆਈ ਹੈ ਮਾਲ ਤਿਆਰ ਕਰਨ 'ਚ ਜਾਂ ਨਹੀਂ? ਨਹੀਂ ਜ਼ਾਦ ਸਾਹਿਬ, ਸਾਨੂੰ ਮੁਸ਼ਕਲ ਨਹੀਂ ਆਈ। ਤੁਹਾਡੀ ਵੀਡੀਓਜ਼ ਕਾਫੀ ਦੇਖੀਆਂ ਸੀ, ਉਸ ਤੋਂ ਬਾਅਦ ਕਾਫੀ ਸਟਰਗਲ ਕੀਤਾ, ਮੁਖਤਲਿਫ ਫਾਰਮ ਤੇ ਜਾ ਕੇ ਆਪਣਾ ਜਿਹੜਾ ਨਾ ਐਕਸਪੀਰੀਅੰਸ ਗੇਨ ਕੀਤਾ। ਠੀਕ ਹੈ। ਐਕਸਪੀਰੀਅੰਸ ਲੈਣ ਤੋਂ ਬਾਅਦ ਸਰ ਤੁਹਾਨੂੰ ਫਿਰ ਸਮੀਉੱਲਾ ਸਾਹਿਬ ਨਾਲ ਬਾਰਗੇਨਿੰਗ ਹੋਈ। ਇਹ ਇੱਥੇ ਦੋਸਤ ਨੇ, ਗਰੁੱਪ ਤੁਹਾਡਾ ਹੈਗਾ ਜਿਸ ਤਰ੍ਹਾਂ ਆਪਣਾ WhatsApp ਗਰੁੱਪ, ਉਹਦੇ ਵਿੱਚ ਸਾਰੇ ਲੜਕਿਆਂ ਨਾਲ ਅਟੈਚਮੈਂਟ ਤੋਂ ਬਾਅਦ ਜਨਾਬ ਅਸੀਂ ਫੈਸਲਾ ਕੀਤਾ ਕਿ ਅਸੀਂ ਰਲ ਕੇ ਦੋਨੇ ਪਾਵਾਂਗੇ। ਠੀਕ ਹੈ। ਸਮੀਉੱਲਾ ਸਾਹਿਬ ਪਹਿਲਾਂ ਇੱਕ ਫਲਾਗ ਦਾ ਐਕਸਪੀਰੀਅੰਸ ਗੇਨ ਕਰ ਚੁੱਕੇ ਨੇ, ਬਿਲਕੁਲ ਇਸ ਤਰ੍ਹਾਂ ਹੀ। ਤੇ ਅਸੀਂ ਫੈਸਲਾ ਕੀਤਾ ਕਿ ਇਕੱਲੇ ਨਾਲੋਂ ਬਿਹਤਰ ਹੈਗਾ ਅਗਰ ਦੋ ਬੰਦੇ ਮੈਂਟਲੀ ਤੌਰ ਤੇ ਯਾਨੀ ਕਿ ਉਹਨਾਂ ਦੀ ਨੀਅਤ ਸਾਫ਼ ਹੋਵੇ, ਦਿਲ ਇਰਾਦੇ ਅੱਛੇ ਹੋਣ ਤੇ ਰਲ ਕੇ ਕੀਤਾ ਜਾਵੇ ਤਾਂ ਉਹਦੇ ਵਿੱਚ ਕੋਈ ਮਜ਼ਾਇਕਾ ਨਹੀਂ। ਠੀਕ ਹੈ।
ਇੱਕ ਤਾਂ ਬਰਡਨ ਜਿਹੜਾ ਹੈਗਾ ਇੱਕ ਦੂਸਰੇ ਦਾ ਵਜ਼ਨ ਵੰਡਿਆ ਜਾਂਦਾ ਹੈ ਤੇ ਦੂਸਰਾ ਹੈ। ਬੰਦਾ ਆਪਸ ਦੇ ਵਿੱਚ ਸਲਾਹ ਮਸ਼ਵਰਾ ਕਰਕੇ ਕਰ ਲੈਂਦਾ ਹੈ, ਕੋਈ ਵੀ ਡਿਸੀਜਨ ਅੱਛਾ ਜਿਹੜਾ ਨਾ ਲੈ ਸਕਦਾ। ਲੈ ਲੈਂਦਾ। ਠੀਕ ਹੈ, ਇਹ ਗੱਲ ਹੈ ਜੀ। ਠੀਕ ਹੋ ਗਿਆ। ਇਹ ਅੱਲਾ ਖੈਰ ਕਰੇ, ਮਾਲ ਜਿਹੜਾ ਤੁਸੀਂ ਲਿਆਂਦਾ ਜੀ ਇਹ ਹੈਚਰੀ ਤੋਂ ਡਾਇਰੈਕਟ ਛੋਟਾ ਇੱਕ ਦਿਨ ਦਾ ਲੈ ਕੇ ਆਇਓ ਜਾਂ ਤੁਸੀਂ ਥੋੜਾ ਵੱਡਾ ਲੈ ਕੇ ਆਇਓ? ਨਹੀਂ ਸਿਰਫ ਇੱਕ ਦਿਨ ਦਾ ਬੱਚਾ ਸੀ, ਬਲਕਿ ਚੰਦ ਘੰਟਿਆਂ ਦਾ, ਕਿਉਂਕਿ ਅਸੀਂ ਡਸਕੇ ਵਾਲੀ ਹੈਚਰੀ ਤੋਂ ਬੱਚੇ ਲਿਆ ਸੀ ਠੀਕ ਹੈ, ਤੇ ਹਾਜੀ ਇਨਾਮ ਸਾਹਿਬ ਕਹਿੰਦੇ ਸੀਗੇ ਕਿ ਰਾਤ ਜਾਂ ਸਵੇਰ ਨੂੰ ਤੁਹਾਨੂੰ ਮਿਲੇਗਾ, ਲੇਕਿਨ ਅਸੀਂ ਕਿਹਾ ਸਵੇਰ 9 ਮੁਹਰਮ ਸੀ ਗਾਲਿਬਨ, ਠੀਕ ਹੈ, ਤੇ ਪ੍ਰੋਬਲਮ ਕ੍ਰੀਏਟ ਹੋਏਗਾ ਸ਼ਾਇਦ ਸ਼ਹਿਰਾਂ ਦੇ ਵਿੱਚ ਕੋਈ ਜਲਸੇ ਜਲੂਸ। ਤਾਂ ਬਿਲਕੁਲ ਉਹਨਾਂ ਨੇ ਕਿਹਾ ਫਿਰ ਚਲੋ ਠੀਕ ਹੈ, ਤੁਸੀਂ ਜਿਹੜਾ ਨਾ 12 ਵਜੇ ਬੰਦੇ ਭੇਜ ਦਿਓ ਆਪਣੇ, ਤੇ ਅਸੀਂ ਉਹ ਹੈਚ ਕਰ ਰਹੇ ਹਾਂ ਬਾਹਰ। ਠੀਕ ਹੈ, ਤੇ ਚੰਦ ਘੰਟਿਆਂ ਦਾ ਹੀ ਸੀਗਾ ਜਦੋਂ ਸਾਡੇ ਕੋਲ ਪਹੁੰਚਿਆ। ਤੁਹਾਡੇ ਕੋਲ ਪਹੁੰਚਿਆ, ਬਿਲਕੁਲ ਠੀਕ ਹੋ ਗਿਆ। ਤੇ ਹੁਣ ਤੱਕ ਕੋਈ ਹੈ ਅੰਦਾਜ਼ਾ ਕਿੰਨਾ ਖਰਚਾ ਕਰ ਚੁੱਕੇ ਤੁਸੀਂ? ਅਸੀਂ ਅਰਾਊਂਡ ਬਾਉਂਡ ਤਕਰੀਬਨ 9 ਲੱਖ ਰੁਪਏ ਦੇ ਮੈਂ ਕ੍ਰਾਸ ਕਰ ਚੁੱਕੇ ਹਾਂ। 9 ਲੱਖ ਹੋ ਗਿਆ ਜੀ ਤਕਰੀਬਨ ਅਸੀਂ 88 ਦੀ ਬੋਰੀ ਜਿਹੜੀ ਹੈ ਨਾ ਇਹ ਖਾ ਗਿਆ ਹੈ ਬੋਰੀ। ਠੀਕ ਹੈ, ਤੇ ਉਸ ਤੋਂ ਬਾਅਦ ਜੀ ਵੈਕਸੀਨ ਜਿਹੜੀਆਂ ਉਹ ਵੀ ਉਹ ਵੀ ਕੰਪਲੀਟ ਹੋ ਹੋ ਗਈਆਂ, ਗਈਆਂ, ਬਿਲਕੁਲ ਠੀਕ। ਉਹ ਵੀ ਉਹਨਾਂ ਦਾ ਵੀ ਖਰਚਾ ਹੋਣਾ, ਤੇ ਬਾਕੀ ਛੋਟੇ ਮੋਟੇ ਜਿਹੜੇ ਇਸ਼ੂਜ਼ ਹੈ ਦਵਾਈ ਮੈਡੀਸਨ ਵਗੈਰਾ ਉਹ ਚੱਲਦੀ ਉਹ ਤਾਂ ਚੱਲਦੀ ਪਈ ਹੈ, ਬਿਲਕੁਲ ਇਸ ਤਰ੍ਹਾਂ ਹੀ ਆ। ਕਿੰਨੇ ਦਿਨਾਂ ਦਾ ਹੋ ਗਿਆ ਇਹ? ਅੱਜ 49 ਦਿਨ ਹੋ ਗਏ ਜੀ। 49 ਦਿਨ ਦਾ ਹੋ ਗਿਆ। ਤੇ ਕੀ ਇਰਾਦਾ ਹੈ ਕਿੰਨੇ ਦਿਨਾਂ ਦਾ ਕਰਕੇ ਵੇਚਣਾ? ਸਾਡਾ ਇਰਾਦਾ ਜੀ, ਕਿਉਂਕਿ ਪੋਸੀਬਲ ਹੈ ਕਿ ਅਸੀਂ ਇਹਨੂੰ ਲੈ ਜਾਂਦੇ ਉੱਤੇ ਫੁੱਲ 3 ਮਹੀਨੇ ਤੱਕ, ਲੇਕਿਨ ਗੱਲ ਇਹ ਹੈ ਕਿ ਸਾਡਾ ਸ਼ੈੱਡ ਹੈਗਾ 2000 ਦੀ ਕਪੈਸਿਟੀ ਦਾ, ਠੀਕ ਹੈ, ਤੇ ਅਸੀਂ ਇਹਨੂੰ ਯਾਨੀ ਕਿ 60 ਦਿਨ 65 ਦਿਨ 70 ਦਿਨ ਇੱਥੇ ਅਸੀਂ ਸੇਲ ਆਊਟ ਕਰਨੇ ਦਾ ਇਰਾਦਾ ਹੈ। ਠੀਕ ਹੈ। ਲੇਕਿਨ ਅਗਰ ਜੇ ਰੇਟਸ ਸਾਨੂੰ ਬ੍ਰੋਕਰਸ ਜਾਂ ਫੇਰੀ ਵਾਲ, ਇਹਨਾਂ ਨੇ ਕੋਈ ਸੈਟਲ ਨਾ ਕੀਤਾ, ਫਿਰ ਅਸੀਂ ਇੱਕ ਹੋਰ ਸ਼ੈੱਡ ਕੱਲ ਹੀ ਦੇਖ ਕੇ ਆਏ ਹਾਂ, ਅੱਛਾ ਫਿਰ ਅਸੀਂ ਅੱਧਾ ਬਚਾ ਆਪਣਾ ਉਧਰ ਕਨਵਰਟ ਕਰ ਦੇਣਾ ਹੈਗਾ। ਅੱਛਾ ਅੱਛਾ, ਯਾਨੀ ਕਿ ਅਗਰ ਤੁਹਾਨੂੰ ਰੇਟ ਚੰਗਾ ਮਿਲਿਆ ਤੇ ਹਾਂਜੀ ਫਿਰ ਤੁਸੀਂ ਵੇਚ ਦਿਓਗੇ, ਅਗਰ ਰੇਟ ਚੰਗਾ ਨਾ ਮਿਲਿਆ ਤੇ ਫਿਰ ਤੁਹਾਡਾ ਪ੍ਰੋਗਰਾਮ ਹੈ ਕਿ ਇਹਨੂੰ ਕਿਲੋ ਤੇ ਲੈ ਕੇ ਜਾਈਏ? ਹਾਂਜੀ ਕਿਲੋ ਤੇ ਲੈ ਕੇ 90 ਦਿਨ ਦਾ ਲੈ ਜਾਈਏ, 100 ਦਿਨ ਦਾ ਕਰ 100 ਲਈਏ? ਦਿਨ ਦਾ ਕਰ ਲਈਏ। ਬਿਲਕੁਲ ਠੀਕ ਹੈ। ਤੇ ਮੁਰਗੀ ਕਿੰਨੀ ਕੁ ਇਹਦੇ ਵਿੱਚ? ਇਹ ਮੁਰਗੀ 65% ਤਕਰੀਬਨ ਮੁਰਗੀ ਹੈ, 35% ਮੁਰਗਾ ਹੈਗਾ। ਵੈਰੀ ਗੁੱਡ। ਮੇਰਾ ਆਪਣਾ ਜਿਹੜਾ ਹੈ ਐਕਸਪੀਰੀਅੰਸ, ਬਾਕੀ ਸਾਡੇ ਉਸਤਾਦ ਬੱਗਾ ਸਾਹਿਬ ਨੂੰ ਜ਼ਿਆਦਾ ਐਕਸਪੀਰੀਅੰਸ ਹੈ, ਉਹ ਜ਼ਿਆਦਾ ਬਿਹਤਰ ਦੱਸ ਸਕਦੇ। ਉਹ ਵੀ ਕਹਿ ਕੇ ਗਏ ਸੀ ਕਿ ਮੁਰਗੀ ਦਾ ਰਿਸਕ ਜ਼ਿਆਦਾ ਹੈ। ਜ਼ਿਆਦਾ। ਤੇ ਮੁਰਗੀ ਵੀ ਤੁਸੀਂ ਐਂਡ ਤੇ ਲੈ ਕੇ ਜਾਓਗੇ ਕਿ ਮੁਰਗੀ ਸੇਲ ਕਰੋਗੇ? ਨਹੀਂ, ਮੁਰਗੀ ਅਗਰ 500-700 ਗ੍ਰਾਮ ਦੀ ਹੁੰਦੀ ਫਿਰ ਮੁਰਗੀ ਅਲੱਗਾ ਕਰ ਦਾਂਗੇ, ਮੁਰਗਾ ਰੱਖ ਕੇ ਉਹਨੂੰ ਮੁਰਗੀ ਜਿਹੜੀ ਆ ਇਹਨਾਂ ਦੀ ਜਦੋਂ 800 ਗ੍ਰਾਮ ਦੀ ਪੱਕੀ ਹੋ ਜਾਏਗੀ ਨਾ, ਹਾਂ, ਤੇ ਫਿਰ ਬਾਹਰੋਂ ਗੱਡੀਆਂ ਲੱਗ ਜਾਣਗੀਆਂ, ਅੱਛਾ ਕਿਉਂਕਿ ਸਾਡੇ ਇਲਾਕੇ ਦੇ ਫੇਰੀਵਾਨ ਜੇ ਇਹਨੂੰ ਪੈਸੇ ਨਹੀਂ ਭਰ ਸਕਦੇ, ਅੱਛਾ, ਰੇਟ ਭਰ ਦਿੰਦੇ ਲੇਕਿਨ ਪੈਸਾ ਥੋੜਾ ਤੰਗ ਕਰਦੇ ਨੇ। ਠੀਕ ਹੈ, ਬਿਹਤਰ ਆ ਕਿ ਗੱਡੀਆਂ ਇੱਥੇ ਆਉਣਗੀਆਂ ਤੇ ਗੱਡੀ ਆਂਦੀ ਆ ਕੇ ਨਾ ਤੇ 800-900 ਗ੍ਰਾਮ ਦੀ ਮੁਰਗੀਆਂ ਦਾ ਰੇਟ ਵੀ ਚੰਗਾ ਮਿਲ ਜਾਏਗਾ। ਠੀਕ ਹੈ। ਜਿੰਨੀ ਭਾਰੀ ਮੁਰਗੀ ਹੋਗਾ ਉਹ ਮੁਰਗੀਆਂ ਦਾ ਸੀਜ਼ਨ, ਸੀਜ਼ਨ ਮੁਰਗੀ ਦਾ ਬਿਲਕੁਲ ਸਹੀ। ਤੇ ਮੁਰਗੀ ਦਾ ਰੇਟ ਚੰਗਾ ਲੱਗ ਜਾਏਗਾ, ਠੀਕ ਹੈ। ਪੱਠੀ ਅਗਲੇ ਇਲਾਕੇ ਚਲ ਜਾਏਗੀ। ਠੀਕ ਹੈ, ਬਾਕੀ ਸੀਜ਼ਨ ਮੁਰਗੀ ਦਾ ਅੱਜ ਤੋਂ 2 ਮਹੀਨੇ ਪਿੱਛੇ ਸ਼ੁਰੂ ਹੋ ਗਿਆ ਦਾ, ਠੀਕ ਹੈ, ਲੇਕਿਨ ਹੁਣ ਜਾਓ ਜਲਦੀ ਸ਼ੁਰੂ ਕਰਾ ਦਾਂਗੇ ਠੀਕ ਹੈ। ਜੇ ਤਾਂ ਹੁਣ, ਕਿਉਂਕਿ ਹੁਣ ਤੇ ਇਹਨਾਂ ਸਪੀਡ ਨਾਲ ਵਜ਼ਨ ਕਰਨਾ, ਵਜ਼ਨ ਕਰਨਾ। ਹੁਣ ਤੇ ਖੁਰਾਕ ਵੀ ਮਹਿੰਗਾ। ਜੇ ਇਹਨੂੰ ਇੱਥੇ ਵੇਚਣਾ ਹੋਏ ਤੇ ਨਹੀਂ ਇੱਥੇ ਵੇਚਣਾ ਹੋਏ ਤੇ ਫਿਰ ਥੋੜਾ ਹੁਣ ਵੀ ਮੁਰਗੀ ਨੀ ਦਾ ਰੇਟ ਚੰਗਾ ਵਾ, ਕਿੰਨਾ ਕੁ ਰੇਟ ਹੋ ਸਕਦਾ? ਇੱਕ ਹੁਣ ਵੀ ਮੁਰਗੀ 850 ਦਾ ਰੇਟ ਪੱਕਾ ਨਾ, ਅੱਛਾ, ਬਲਕਿ 900 ਰੁਪਏ ਵੀ ਮੁਰਗੀ ਸੇਲ ਹੋ ਜਾਂਦੀ ਹੈ, ਠੀਕ ਹੈ, 1000 ਚ ਵੀ ਹੋ ਜਾਂਦੀ ਹੈ ਸੇਲ। ਠੀਕ ਹੈ। ਲੇਕਿਨ ਜਿਹੜੇ ਉਹਨਾਂ ਗੱਡੀਆਂ ਵਾਲੇ ਉਹਨਾਂ ਥੋੜਾ ਡਾਊਨ ਕਰਨਾ ਰੇਟ, ਉਹਨਾਂ ਦਾ ਹਰ ਅੱਗੇ ਜਾ ਕੇ ਸੇਲ ਵੀ ਕਰਨਾ, ਉਹਦਾ ਖਰਚਾ ਅੱਗੋਂ ਵੀ ਸੇਲ ਚੜਨਾ। ਕਰਨਾ, ਤੇ ਅਸੀਂ ਕਹਿੰਦੇ ਆ ਕਿ ਬਿਲਕੁਲ ਬਾਹਰ ਦੀਆਂ ਗੱਡੀਆਂ ਲੱਗਣ ਠੀਕ ਹੈ, ਤਾਂ ਕਿ 1 ਜਾਂ 2 ਗੱਡੀਆਂ 'ਚ ਸਾਰੀ ਮੁਰਗੀ ਸੇਲ ਹੋ ਜਾਏ। ਠੀਕ ਹੈ, ਮੁਰਗਾ ਜਿਹੜਾ ਵਾ ਉਹ ਜਦੋਂ 1200 ਗ੍ਰਾਮ ਤੱਕ ਚੱਲ ਜਾਏਗਾ ਨਾ, ਹਾਂ, ਜਾਂ ਕਿਲੋ ਵਾਲਾ ਤੇ ਫਿਰ ਇੱਥੋਂ ਹੀ ਲੋਕਾਂ ਲੈ ਜਾਣਾ ਵਾ, ਠੀਕ ਹੈ। ਤੇ ਲੇਕਿਨ 1200 ਗ੍ਰਾਮ ਦਾ ਹੋ ਜਾਏਗਾ ਨਾ, ਤੇ 1200 ਗ੍ਰਾਮ ਦਾ ਬੜੀ ਸਪੀਡ 'ਚ ਇਹਨਾਂ ਹੋ ਜਾਣਾ, ਇੰਨੇ ਦਿਨ ਹੀ ਹੋ ਰਹਿਣਾ ਜਿੰਨੇ ਦਿਨਾਂ ਪਹੁੰਚ ਗਏ ਨੇ। ਠੀਕ ਹੈ, ਯਾਨੀ ਕਿ ਫਿਰ ਤੁਸੀਂ ਮੰਡੀ ਸੁੱਟੋਗੇ ਇਹਨੂੰ? ਫਿਰ ਇਹਨੂੰ ਡਾਇਰੈਕਟ ਮੰਡੀ, ਇੱਥੇ ਨਹੀਂ ਸੇਲ ਕਰਨਾ, ਠੀਕ ਹੈ, ਇਹਨੂੰ ਸਿੱਧੇ ਲਾਹੌਰ ਮੰਡੀ, ਦਸਤੀ 2 ਘੰਟੇ 2.5 ਘੰਟੇ ਦਾ ਰਾਹ ਸਾ, ਆਂਦੀ ਇਹਨੂੰ ਚੁੱਕ ਕੇ ਉੱਥੇ ਸੁੱਟ ਕੇ ਮੰਡੀ, ਉਸੇ ਟਾਈਮ ਨਹੀਂ ਹੋਏਗਾ ਤੇ ਬਾਹਰੋਂ ਗੱਡੀਆਂ ਲੱਗ ਜਾਣਗੀਆਂ, ਲੇਕਿਨ ਲਾਹੌਰੀ ਜੇ ਖੁਦ ਗੱਡੀ ਤੋਂ ਆ ਕੇ ਲੈ ਜਾਣਗੇ। ਠੀਕ ਹੈ, ਠੀਕ। 1200 ਗ੍ਰਾਮ ਪੱਕੀ ਐਵਰੇਜ ਹੋਏਗੀ ਨਾ, ਤੇ ਲਾਹੌਰੀ ਖੁਦ ਇੱਥੇ ਆ ਗੱਡੀ ਲਾ ਲੈਣਗੇ। ਗੁਜਰ ਭਾਈ ਇਹ ਦੱਸੋ ਕਿ ਇਹਦੀ ਤੁਸੀਂ ਐਵਰੇਜ ਕੱਢੀ ਆ ਹੁਣ, ਕੀ ਐਵਰੇਜ ਆ? ਐਵਰੇਜ ਅਸੀਂ ਕੋਈ ਚੰਦ ਪੀਸਸ ਕੱਲ ਜਾਂ ਪਰਸੋਂ ਇਹਨਾਂ ਦਾ ਵਜ਼ਨ ਵੇਟ ਕੀਤਾ ਸੀਗਾ। ਅੱਛਾ। ਤੇ ਕੋਈ ਤਾਂ ਹੈਗਾ ਜੀ 620 ਗ੍ਰਾਮ ਦਾ, ਕੋਈ ਯਾਨੀ ਕਿ 570 ਗ੍ਰਾਮ ਦਾ, ਵਿੱਚੋਂ ਇਸ ਤਰ੍ਹਾਂ ਵੀ ਹੈਗਾ ਕਿ 580-90 ਗ੍ਰਾਮ ਦੇ ਵੀ ਹੈਗੇ ਨੇ। ਨਹੀਂ 10 ਚ ਭਾਗ ਕੀਤਾ ਹੀ ਵਜ਼ਨ ਜਾਂ ਕੱਲੇ ਕੀਤਾ ਸੀ? ਨਹੀਂ ਐਕਚੁਅਲੀ 10 ਚੂਹੇ ਅਸੀਂ ਨਹੀਂ ਇਕੱਠੇ ਫੜ ਸਕੇ। ਅੱਛਾ। ਲੇਕਿਨ ਸਾਡਾ ਆਪਣਾ ਜਿਹੜਾ ਆਈਡੀਆ ਹੈ ਉਹ ਤਕਰੀਬਨ 500 ਦੀ ਐਵਰੇਜ ਜਿਹੜੀ ਹੈ ਨਾ ਇਸ ਵੇਲੇ 475। ਨਹੀਂ ਆਈਡੀਆ ਨਹੀਂ, ਫਿਰ ਹੁਣ ਆਏ ਦੇ ਕਨਫਰਮ ਕਰ ਹੀ ਲੈਂਦੇ ਆ। 10 ਚੂਚੇ ਫੜ ਲਓ ਫਿਰ ਤੁਸੀਂ। ਕੰਡਾ ਹੈ ਬਿਲਕੁਲ ਜੀ ਸਰ। ਦੋਸਤੋ ਅਸੀਂ ਅੱਲਾ ਖੈਰ ਕੇ ਕਨਫਰਮ ਕਰ ਲੈਂਦੇ ਆ ਕਿ ਭਾਈ ਅਕੀਲ ਦਾ ਔਰ ਸਮੀਉल्ला ਭਾਈ ਸਾਹਿਬ ਦਾ ਚੂਦਾ ਐਵਰੇਜ ਕਿੰਨੀ ਕਰ ਗਿਆ 49 ਦਿਨਾਂ ਦੇ ਵਿੱਚ, ਕਿਉਂਕਿ ਅਸੀਂ ਐਵਰੇਜ ਆਪਣੇ ਦੋਸਤਾਂ ਨੂੰ ਵੀ ਦੱਸਣੀ ਆ ਕਿ ਇੰਨੇ ਦਿਨਾਂ ਦੇ ਵਿੱਚ ਇੰਨੀ ਐਵਰੇਜ ਕਰ ਜਾਂਦਾ। ਅਗਰ ਤੁਸੀਂ ਸਾਂਭ
ਪਾਲਦੇ ਅੱਛੇ ਤਰੀਕੇ ਨਾਲ, ਉਹ ਸਾਂਭ ਅੱਛੇ ਤਰੀਕੇ ਨਾਲ ਕਰਦੇ ਹੋ ਤਾਂ ਫਿਰ ਜਨਾਬ ਇਹਦੀ ਐਵਰੇਜ ਕਿੰਨੀ ਆਉਂਦੀ ਹੈ ਇਹਨਾਂ ਦਿਨਾਂ ਦੇ ਵਿੱਚ। ਤੇ ਦੋਸਤੋ ਅੱਲਾ ਖੈਰ ਕਰੇ ਕਿ ਮੌਸਮ ਵੀ ਤੁਹਾਡੇ ਸਾਹਮਣੇ ਹੀ ਆ ਕਿ ਬਰਸਾਤੀ ਮੌਸਮ ਹੈ, ਇਹਨਾਂ ਦਿਨਾਂ ਦੇ ਵਿੱਚ ਚੂਜ਼ਾ ਕਿੰਨਾ ਗਰੋ ਕਰਦਾ ਕਿੰਨਾ ਨਹੀਂ ਕਰਦਾ ਹੈਗਾ, ਠੀਕ ਹੈ। ਗਰਮੀਆਂ ਦੇ ਵਿੱਚ ਤਾਂ ਗਰੋ ਘੱਟ ਕਰਦਾ, ਕਿਉਂਕਿ ਹੁਣ ਥੋੜਾ ਮੌਸਮ ਚੇਂਜ ਹੋ ਗਿਆ ਤਾਂ ਹੁਣ ਥੋੜੀ ਮਤਲਬ ਗਰਮੀ ਘੱਟ ਗਈ ਹੈ, ਕਿਉਂਕਿ ਗਰਮੀ ਦੇ ਵਿੱਚ ਖੁਰਾਕ ਘੱਟ ਖਾਂਦਾ, ਪਾਣੀ ਜ਼ਿਆਦਾ ਪੀਂਦਾ, ਉਛਲਦਾ ਕੁਦਰਦਾ ਤੇ ਉਹ ਗਰੋ ਘੱਟ ਕਰਦਾ। ਤੇ ਇਸ ਕਰਕੇ ਮੌਸਮ ਵੀ ਠੀਕ ਹੈਗਾ ਤੇ ਕਿਉਂ ਨਾ ਅਸੀਂ ਹੁਣ ਜਨਾਬ ਆਏ ਦੇ ਆ ਤੇ ਐਵਰੇਜ ਇਹਨਾਂ ਦੀ ਆਪਣੇ ਹੱਥੀ ਚੈੱਕ ਕਰ ਲਈਏ। ਗੁੱਜਰ ਭਾਈ ਸਭ ਤੋਂ ਪਹਿਲਾ ਸਵਾਲ ਜਿਹੜਾ ਸਾਨੂੰ ਹੁੰਦਾ ਹੈ ਨਾ ਉਹ ਇਹੀ ਹੁੰਦਾ ਹੈ ਕਿ ਤੁਹਾਡੇ ਜਨਾਬ ਮਰੇ ਕਿੰਨੇ ਨੇ। ਜੀ 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 ਜਦੋਂ ਵੀ ਕੋਈ ਫਾਰਮ ਵਾਲਾ ਮਾਲ ਪਾਉਂਦਾ ਨਾ ਆਪਣਾ ਤੇ ਜ਼ਾਹਰ ਆ ਉਹ ਅਗਰ ਤੇ ਕੋਈ ਫਨਕਾਰ ਹੋਵੇ, ਕੋਈ 10-15 ਸਾਲ ਦਾ ਤਜਰਬਾ ਰੱਖੇ ਤੇ ਉਹਦੇ ਕੋਲ ਵੀ ਮਰ ਜਾਂਦੇ ਨੇ। ਤੁਸੀਂ ਦੇ ਹਿਸਾਬ ਨਾਲ ਅਨਾੜੀ ਸੀ, ਪਹਿਲਾ ਫਲਾਗ ਹੈ ਤੁਹਾਡਾ, ਜੀ ਜੀ ਤੇ ਤੁਸੀਂ ਦੱਸੋ ਕਿ ਤੁਹਾਡੇ ਕੋਲ ਕਿੰਨੇ ਕੁ ਜ਼ਾਇਆ ਹੋਏ ਨੇ। ਜਦ ਭਾਈ ਸਾਡੀ ਰੇਸ਼ੋ ਪਹਿਲਾਂ 5-7 ਦਿਨ ਤਾਂ ਐਵੇਂ 2 ਜਾਂ 3 ਦੀ ਰਹੀ ਹੈਗੀ ਹੈ। ਅੱਛਾ। ਲੇਕਿਨ 7 ਤੋਂ 8 ਦਿਨ ਬਾਅਦ ਸਾਡੇ ਚੂਜ਼ੇ ਨੂੰ ਟਾਈਫਾਈਡ ਹੋ ਗਿਆ। ਅੱਛਾ। ਉਹ 2 ਦਿਨ ਦੀ ਮੋਰਟੈਲਿਟੀ ਜਿਹੜੀ ਹੈ ਨਾ ਤਕਰੀਬਨ 103-4 ਹੈ। ਅੱਛਾ। ਤੇ ਉਸ ਤੋਂ ਬਾਅਦ ਅਸੀਂ ਮੈਡੀਸਿਨ ਚਲਾਈ, ਉਸ ਤੋਂ ਬਾਅਦ ਮੋਰਟੈਲਿਟੀ ਰੁਕ ਗਈ। ਲੇਕਿਨ ਹੁਣ ਅਰਾਊਂਡ ਟੋਟਲ ਜਿਹੜੀ ਸਾਡੀ ਮੋਰਟੈਲਿਟੀ ਹੈ 247 ਹੈਗੀ। 247 ਪੀਸ ਹੋਏ ਨੇ 4000 ਚੋਂ। 4000 ਚ 247 ਹਾਂਜੀ ਮੋਰਟੈਲਿਟੀ। ਦੋਸਤੋ ਉਹੀ ਐਵਰੇਜ ਆਈ ਹੈ ਜਿਹੜੀ ਐਵਰੇਜ ਸਾਡੇ ਆਈ ਹੈ। ਸਾਡੇ ਵੀ 1000 ਦੇ ਵਿੱਚੋਂ 35 ਤੋਂ 40 ਦੇ ਕਰੀਬ ਸਾਡੇ ਵੀ ਜਨਾਬ ਚੂਜ਼ੇ ਜ਼ਾਇਆ ਹੋਏ ਸੀ ਦੋਸਤੋ। ਤੇ ਭਾਈ ਹੁਣਾਂ ਦੇ ਵੀ 4000 ਚ 200 ਹੋਣ ਡਿਆ ਤਾਂ ਤੇ 200 ਯਾਨੀ ਕਿ ਉਹੀ 50 ਜੀ ਚੂਜ਼ੇ ਸਹੀ ਹੈ, ਜ਼ਬਰਦਸਤ ਹੈ। ਇਹ ਮੇਰੇ ਜਿਹੜੇ ਤੁਸੀਂ ਜਦੋਂ ਛੋਟਾ ਲੈ ਕੇ ਆਏ ਸੀ ਬੱਚਾ, ਜੀ ਜੀ ਉਦੋਂ ਮਤਲਬ ਕਿ ਆਂਦੇ ਜ਼ਾਇਆ ਘੱਟ ਹੋਏ ਸੀ, ਤੇ ਜਦੋਂ ਤੁਸੀਂ ਮਤਲਬ ਕਿ ਤਿਆਰ ਹੋ ਗਿਆ ਸਭ ਆਪਣੇ ਆਪ ਪੈਰਾਂ ਦੇ ਖਲੋ ਗਏ, ਬਹੁਤ ਐਕਟਿਵ ਹੈ, ਬਿਲਕੁਲ ਨੱਠਣ ਭੱਜਣ ਲੱਗ ਗਿਆ। ਫਿਰ ਬਾਅਦ ਜਿਹੜੀ ਅਸੀਂ ਲਸੋਟਾ ਐਨਡੀਆਈ ਵੀ ਕਰ ਦਿੱਤੀ ਸੀ, ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਪ੍ਰੋਬਲਮ ਹੋਇਆ ਸੀਗਾ ਟਾਈਫਾਈਡ ਦਾ। ਠੀਕ ਹੈ। ਉਹ ਫਿਰ ਜਦੋਂ ਜ਼ਿਆਦਾ ਮੋਰਟੈਲਿਟੀ ਦੇਖੀ, ਕਿਉਂਕਿ ਸਾਨੂੰ ਫਸਟ ਟਾਈਮ ਸੀਗੇ ਤੇ ਸਾਨੂੰ ਵੀ ਪਤਾ ਲੱਗਾ ਕਿ ਟਾਈਫਾਈਡ ਹੈਗਾ ਸੀ, ਆਮ ਰੂਟੀਨ ਚ ਕਿ ਬੁਖਾਰ ਵਗੈਰਾ ਹੋਏਗਾ। ਠੀਕ ਹੈ। ਲੇਕਿਨ ਉਹ ਡਾਕਟਰ ਕੋ ਪੀਸਿਸ ਲੈ ਕੇ ਗਏ 3-4, ਉਹਨੇ ਕਿਹਾ ਯਾਰ ਇਹਨੂੰ ਟਾਈਫਾਈਡ ਹੈਗਾ ਤੇ ਮੈਡੀਸਿਨ ਚਲਾਓ। ਜਿਸ ਤਰ੍ਹਾਂ ਮੈਡੀਸਿਨ ਚਲਾਈ ਹੈ ਤੇ ਉਸੇ ਤਰ੍ਹਾਂ ਉਹ ਰਿਕਵਰ ਹੋ ਗਏ 1 ਅੱਧੇ ਦਿਨ ਦੇ ਵਿੱਚ। ਠੀਕ ਹੋ ਗਿਆ। ਆਪਣੇ ਸਾਡੇ ਕੋਲ ਜਿੰਨੇ ਵੀ ਵੀਡੀਓ ਵੇਖਣ ਵਾਲੇ ਦੋਸਤ ਨੇ ਉਹਨਾਂ ਨੂੰ ਕੋਈ ਮਸ਼ਵਰਾ ਦੇਣਾ ਚਾਹੋਗੇ ਤੁਸੀਂ? ਬਿਲਕੁਲ ਸਰ, ਮਸ਼ਵਰਾ ਦੇਵਾਂਗੇ ਕਿ ਇਸ ਮਿਸ਼ਰੀ ਗੋਲਡਨ ਦਾ ਇਹ ਟਾਈਮਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਮੈਂ ਆਪਣੇ ਐਕਸਪੀਰੀਅੰਸ ਨਾਲ ਜਿਹੜਾ ਨਾ ਦੱਸ ਰਿਹਾ ਤੁਹਾਨੂੰ, ਤੇ ਕਿ ਇਹਦੇ ਯਾਨੀ ਕਿ ਫਲਾਗ ਦਾ ਜਿਹੜਾ ਨਾ 1 by 1 ਕਰਕੇ ਪਾਓ, ਥੋੜਾ ਕਰਕੇ ਉਹਨੂੰ ਐਕਸਪੀਰੀਅੰਸ ਨਾਲ ਗੇਅਰ ਕਰਕੇ ਵਧਾਉਂਦੇ ਜਾਓ। ਠੀਕ ਹੈ। ਲੇਕਿਨ 1 by 1 ਬਹੁਤ ਟਾਈਮਿੰਗ ਬਹੁਤ ਜ਼ਰੂਰੀ ਹੈ। ਟਾਈਮਿੰਗ ਯਾਨੀ ਕਿ ਜਿਸ ਤਰ੍ਹਾਂ 5ਵੇਂ ਮਹੀਨੇ ਜਿਹੜਾ ਫਲਾਗ ਪਾਉਣਾ, 7ਵੇਂ 8ਵੇਂ ਮਹੀਨੇ ਦੇ ਵਿੱਚ ਜਨਾਬ ਉਹ ਤੁਸੀਂ 800-900 ਗ੍ਰਾਮ ਦਾ, ਉਹਦੇ ਵਿੱਚ ਮੇਰਾ ਖਿਆਲ ਹੈ ਕਿ ਤੁਹਾਨੂੰ ਲਾਸ ਨਹੀਂ ਹੋ ਸਕਦਾ। ਠੀਕ ਹੈ, ਬਿਲਕੁਲ ਪ੍ਰੋਫਿਟ ਹੀ ਹੋਏਗਾ, ਲਾਸ ਨਹੀਂ ਹੋ ਸਕਦਾ। ਜਿੰਨਾ ਮਰਜ਼ੀ ਨਵੇਂ ਤੋਂ ਨਵਾਂ ਬੰਦਾ ਵੀ ਆ ਜਾਏ, ਠੀਕ ਹੈ, ਤੇ ਪੁਰਾਣੇ ਨੂੰ ਤਾਂ ਜ਼ਾਹਿਰ ਗੱਲ ਐਕਸਪੀਰੀਅੰਸ ਹੋਣਾ ਹੀ ਉਹਨਾਂ ਦਿਨਾਂ ਦਾ ਐਕਸਪੀਰੀਅੰਸ ਹੈਗਾ ਕਿਹੜੇ ਦਿਨਾਂ ਚ ਰੇਟ ਦਾ। 5ਵੇਂ ਮਹੀਨੇ ਤੋਂ ਲੈ ਕੇ ਯਾਨੀ ਕਿ ਪਹਿਲੇ ਮਹੀਨੇ ਤੱਕ ਸਟੈਪ ਬਾਈ ਸਟੈਪ ਤੁਸੀਂ ਫਲਾਗ ਪਾ ਸਕਦੇ ਹੋ। ਠੀਕ ਹੈ। ਤੇ ਉਸ ਤੋਂ ਬਾਅਦ ਤੀਸਰਾ ਚੌਥਾ ਮਹੀਨਾ ਥੋੜਾ ਜਿਹਾ ਆਪਣੇ ਆਪ ਨੂੰ ਕਲੋਜ਼ ਕਰ ਲਓ, ਜਾਂ ਤੁਸੀਂ ਕਹੋ ਕਿ ਸਮਰ ਵਕੇਸ਼ਨ ਤੇ ਚਲੇ ਜਾਓ। ਠੀਕ ਹੈ। ਤਾਂ ਕਿ ਉਹ 2 ਮਹੀਨਿਆਂ ਦੇ ਵਿੱਚ ਜਿਹੜੀਆਂ ਸਾਡੀ ਮਾਰਕੀਟ ਮੇਰੇ ਖਿਆਲ ਜ਼ਿਆਦਾ ਅਪ ਡਾਊਨ ਹੋ ਜਾਂਦੀ ਵੇਖਿਆ ਗਿਆ। ਤੇ ਉਹ ਅਗਰ ਫਿਰ ਉਸ ਤੋਂ ਬਾਅਦ ਫਿਰ ਆਪਣੇ ਚੌਥੇ ਮਹੀਨੇ ਦੇ ਐਂਡ ਜਾਂ 5ਵੇਂ ਮਹੀਨੇ ਦੇ ਐਂਡ ਦੇ ਵਿੱਚ ਆਪਣਾ ਕੰਮ ਦੁਬਾਰਾ ਸਟਾਰਟ ਕਰ ਲਓ। ਬਿਲਕੁਲ, ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਪਾ ਸਕਦੇ ਹੋ। ਬਾਕੀ ਮੈਡੀਸਨ ਜਿਹੜੀ ਹੈ ਆਮ ਰੂਟੀਨ ਚ ਮਿਲਦੀ ਹੈ, ਲੇਕਿਨ ਡਾਕਟਰ ਨਾਲ ਤੁਸੀਂ ਟੱਚ ਰਹੋ। ਹਾਂਜੀ। ਤੇ ਜਿਹੜੇ ਸਾਡੇ ਨਾਰੋਵਾਲ ਤੇ ਸ਼ਕਰਗੜ੍ਹ ਤੇ ਜਨਾਬ ਕੋਟ ਨੈਣਾ ਦੇ ਬੰਦੇ ਨੇ, ਫਾਰਮਰਸ ਨੇ, ਉਹ ਸਾਡੇ ਉਸਤਾਦ ਬੱਗਾ ਸਾਹਿਬ ਨਾਲ ਰਾਬਤਾ ਰੱਖਣ। ਬਿਲਕੁਲ ਸਹੀ। ਅਗਰ ਕੋਈ ਦੇਸੀ ਨੁਕਸਾ ਚਾਹੀਦਾ ਹੈ, ਫਿਲ ਫੋਰ ਕੋਈ ਕੰਮ ਕਰਨ ਵਾਲਾ ਚਾਹੀਦਾ, ਤੇ ਉਹ ਭਾਈ ਬੱਗਾ ਜਨਾਬ ਉਸੇ ਫ੍ਰੀ ਵਾਲਾ ਨੁਕਸਾ ਹੁੰਦਾ। ਇਹਨਾਂ ਕੋਲ ਜ਼ਿਆਦਾਤਰ ਪੈਸਿਆਂ ਦਾ ਨੁਕਸਾ ਨਹੀਂ ਹੁੰਦਾ ਹੈਗਾ। ਦੇਸੀ ਨੁਕਸਾ ਦੱਸਦੇ ਨੇ ਕਿ ਜਨਾਬ ਇਹ ਚੀਜ਼ ਪਾਓ, ਫਲਾਣੀ ਚੀਜ਼ ਘਰੋਂ ਹੀ ਲੈ ਕੇ ਪਾ ਲਓ, ਤੇ ਬਿਲਕੁਲ ਤੁਹਾਡਾ ਮਾਲ ਜਿਹੜਾ ਠੀਕ ਹੋ ਜਾਏਗਾ। ਬਿਲਕੁਲ ਸਹੀ, ਜ਼ਬਰਦਸਤ ਹੋ ਗਿਆ ਜੀ। ਦੋਸਤੋ ਤੁਸੀਂ ਭਾਈ ਅਕੀਲ ਸਾਹਿਬ ਦੀ ਗੁਫ਼ਤਗੂ ਸੁਣ ਲਈ। ਉਹਨੇ ਕਿਹਾ ਜਨਾਬ ਤਜਰਬਾ ਸਾਡਾ ਅੱਲਾ ਖੈਰ ਕਰ ਕਾਫੀ ਹੋ ਗਿਆ ਆ। ਉਹਨਾਂ ਨੇ ਦੱਸਿਆ ਕਿ ਜਨਾਬ ਜਿਹੜਾ 7ਵੇਂ 8ਵੇਂ ਮਹੀਨੇ ਦੇ ਵਿੱਚ ਜਿਹੜਾ ਲੋਕ ਫਲਾਗ ਪਾਉਂਦੇ ਨੇ ਉਹਨਾਂ ਨੂੰ ਮਾਰ ਨਹੀਂ ਪੈ ਸਕਦੀ, ਉਹ ਕਾਮਯਾਬ ਹੋਣਗੇ, ਉਹਨੂੰ ਪ੍ਰੋਫਿਟ ਜ਼ਰੂਰ ਹੋਏਗੀ। ਜਿਹੜੇ ਪਹਿਲੇ ਸਾਡੇ ਮਹੀਨੇ ਨੇ ਸਰਦੀਆਂ ਦੇ, ਪਹਿਲਾ ਦੂਸਰਾ ਤੀਸਰਾ, ਉਹਦੇ ਵਿੱਚ ਮਸਲਾ ਹੁੰਦਾ ਦੋਸਤੋ, ਉਹਦੇ ਚ ਲੋਕ ਜ਼ਿਆਦਾ, ਕਿਉਂਕਿ ਜਦੋਂ 11ਵਾਂ 12ਵਾਂ ਮਹੀਨਾ ਲੋਕਾਂ ਸਾਰੇ ਆਪਣੇ ਫਾਰਮ ਬੰਦ ਕੀਤੇ ਹੁੰਦੇ ਨੇ, ਤੇ ਫਿਰ ਯਕਦਮ ਸਾਰੇ ਲੋਕ ਜਿਹੜੇ ਨਾ ਉਹ ਆਪਣਾ ਫਾਰਮ ਸਟਾਰਟ ਕਰਦੇ ਨੇ। ਇਸ ਤਰ੍ਹਾਂ ਹੀ ਸਟਾਰਟ ਕਰਦੇ ਨੇ। ਉਹ ਜਦੋਂ ਸਟਾਰਟ ਕਰਦੇ ਨੇ ਫਿਰ ਯਕਦਮ ਮਾਲ ਮਾਰਕੀਟ ਦੇ ਵਿੱਚ ਆ ਜਾਂਦਾ ਆ। ਉਹ ਫਿਰ ਉਹਨਾਂ ਦਿਨਾਂ ਦੇ ਵਿੱਚ ਰਮਜ਼ਾਨ ਵੀ ਆ ਜਾਂਦਾ, ਉਹਨਾਂ ਦਿਨਾਂ ਵਿੱਚ ਈਦ ਵੀ ਆ ਜਾਂਦੀ ਆ, ਉਹਨਾਂ ਦਿਨਾਂ ਵਿੱਚ ਵਾਢੀ ਵੀ ਆ ਜਾਂਦੀਆਂ ਨੇ। ਠੀਕ ਹੈ ਨਾ। ਉਹ ਜਿਹੜੇ ਦਿਨ ਆ ਨਾ, ਉਹਨਾਂ 'ਚ ਤੁਸੀਂ ਥੋੜਾ ਪਰਹੇਜ਼ ਕਰਨਾ, ਜਾਂ ਉਹਨਾਂ ਦਿਨਾਂ 'ਚ ਤੁਸੀਂ ਮਾਲ ਘੱਟ ਪਾਉਣਾ। ਜੇ ਪਾਓ ਜ਼ਰੂਰ, ਫਾਰਮ ਆਪਣਾ ਵਿਹਲਾ ਨਾ ਰੱਖੋ, ਤਜਰਬਾ ਕਰਦੇ ਜਾਓ। ਥੋੜਾ ਕੋਈ 400 500 ਜਦੋਂ ਲੋਕ ਜ਼ਿਆਦਾ ਮੈਂ ਆਪਣੇ ਤੌਰ ਤੇ ਸਮਝਦਾ ਕਿ ਜਦੋਂ ਬੰਦੇ ਪਾਉਂਦੇ ਆ ਨਾ ਜ਼ਿਆਦਾ ਮਾਲ, ਯਾਨੀ ਕਿ ਉਹ ਤੀਸਰੇ ਮਹੀਨੇ ਸ਼ੁਰੂ ਕਰ ਲੈਂਦੇ, ਜ਼ਿਆਦਾ ਤੀਸਰੇ ਕਰਦੇ ਨੇ। ਤੁਸੀਂ ਤੀਸਰੇ ਮਹੀਨੇ ਬੰਦ ਕਰ ਲਓ, ਤੀਸਰੇ ਮਹੀਨੇ ਆਪਣਾ ਇੱਕ ਜਿਹੜਾ ਪਹਿਲੇ ਮਹੀਨੇ ਜਾਂ 12ਵੇਂ ਮਹੀਨੇ ਫਲਾਗ ਪਾਇਆ ਹੁੰਦਾ ਨਾ ਮੁਰਗੇ ਦਾ 9ਵੇਂ ਤੋਂ ਬਾਅਦ ਤੁਸੀਂ ਮੁਰਗਾ ਹੀ ਪਾਓ, ਤੇ ਉਹ ਜਿਹੜਾ ਤੀਸਰੇ ਤੁਹਾਡਾ ਫਲਾਗ ਪੂਰਾ ਕੰਪਲੀਟ ਹੋ ਜਾਂਦਾ ਨਾ, ਉਸ ਤੋਂ ਬਾਅਦ ਤੁਸੀਂ 1.5 ਮਹੀਨੇ ਛੁੱਟੀ ਕਰ ਲਓ, ਇੰਤਜ਼ਾਰ ਕਰ ਲਓ। ਬਿਲਕੁਲ ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਕੋਈ ਜਦੋਂ ਫਾਰਮ ਦੇ ਵਿੱਚ ਰੈਸਟ ਹੋ ਜਾਏਗੀ,
ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਸੀਂ ਜਨਾਬ ਕੋਈ ਮਹੀਨਾ ਡੇਢ ਮਹੀਨਾ ਜਿਹੜਾ ਅੱਲਾ ਖੈਰ ਕਰੇ ਅਸੀਂ ਵੀਡੀਓ ਦੇ ਨਾਲ ਹੀ ਜੀ ਜਿਹੜੇ ਦਿਨ ਚੰਗੇ ਹੋਣਗੇ ਉਹ ਅਸੀਂ ਦਿਨ ਆਪਣੇ ਦੋਸਤਾਂ ਨੂੰ ਦੱਸਦੇ ਜਾਵਾਂਗੇ। ਬਿਲਕੁਲ ਬਿਲਕੁਲ ਠੀਕ ਹੈ, ਜਿਹੜੇ ਦਿਨ ਗੰਦੇ ਨੇ, ਜਿਹੜੇ ਦਿਨ ਮਾੜੇ ਨੇ, ਜਿਹਨਾਂ ਦਿਨਾਂ 'ਚ ਨੁਕਸਾਨ ਹੁੰਦਾ, ਜਿਹਨਾਂ ਵਜ੍ਹਾ ਤੋਂ ਨੁਕਸਾਨ ਹੁੰਦਾ, ਅਸੀਂ ਉਹ ਦਿਨ ਵੀ ਆਪਣੇ ਦੋਸਤਾਂ ਨੂੰ ਦੱਸਦੇ ਜਾਵਾਂਗੇ। ਦੋਸਤੋ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ, ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਅੱਲਾ ਖੈਰ ਕਰੇ ਤੁਹਾਨੂੰ ਅੱਛੀ ਮਾਲੂਮਾਤ ਦੇਵਾਂਗੇ, ਗਲਤ ਮਾਲੂਮਾਤ ਅਸੀਂ ਅੱਲਾ ਖੈਰ ਕੇ ਤੁਹਾਨੂੰ ਨਹੀਂ ਦੇਵਾਂਗੇ। ਤੇ ਹੁਣ ਦੋਸਤੋ ਅਸੀਂ ਕਰ ਲਈਏ ਵਜ਼ਨ, ਕਿਉਂਕਿ ਹੁਣ ਭਾਈ ਕੋਲ ਆਏ ਦੇ ਆ, ਐਵਰੇਜ ਚੈੱਕ ਕਰਕੇ ਤੇ ਫਿਰ ਇਹਨਾਂ ਦੇ ਚੱਲੀਏ। ਹਲੋ ਜੀ ਦਵਾਈਆਂ ਵਗੈਰਾ ਵੀ ਠੀਕ ਹੈ, ਹਾਂ ਮੈਡੀਸਨ ਵਗੈਰਾ ਵੀ टाइलोडॉक्स वगैरह, जैटिपर, ट्राइमेटाबोल। हाँ सारी दवाइयां सामान जी। दोस्तों चूजे थैले च पा देते हैं भाई बगा कितने चूजे पाए ने? 10 चूजे पाए ने ते विच जी आ चूजे पाए ने, चूजे घट पाए ने। अच्छा अरे माल भुखा ठीक है, अजे माल दे खुराक नहीं रखी दी, रात ने ते माल रात दा भुखा मारा। ठीक है 440। हाँ जी। तो दोस्तों भाई बगे ने जनाब वजन किया जे 440 ग्राम, 440 ग्राम यानी कि 450 की एवरेज आ गई है। ये दोस्तों ज्यादा मुर्गी है क्योंकि उन्होंने दसा कि 65% जी मुर्गी है, 35% जो मुर्गा है जो वड्डा माल जाना चुन के ओह जिहा नहीं पाया, असीं मुर्गियां ज्यादा पाईयां ने। ठीक है 6 बल्कि 7 मुर्गियां ते 3 चूजे सी। ठीक है ते लेकिन चूजा बिल्कुल भुखा सी, भुखा ते माल भुखे माल दी एवरेज भी तुहाडे सामने 440 आण रही है, यानी कि 450 आ रही है। 450 आती पई है। लेकिन एवरेज इन्हां दी आइटम जी हकीकत है वो 550। मतलब अगर मुर्गे भी ज्यादा पाए जाते, मुर्गे भी ज्यादा पाए जाते, 550 पक्की एवरेज है। ठीक है, अगर सारा दा सारा माल चुके जाता तो 550 की एवरेज आ जाता। माल भी भुखा तोलिया। ठीक है ते ये इनू फीड पा के तोली ते 600 ग्राम की एवरेज आ जाती है छोटे बड़े माल दी। चलो बिल्कुल फिलहाल अंदाजा इत्थे हाँ, तक अंदाजा 500 एवरेज हैगी है। 500 एवरेज पक्की है। ठीक हो गया। डायरेक्ट है। हाँ जी अच्छा हाँ जी दोस्तों, भाई समी साहब होनी बर्तन किस तरह साफ करके किस तरह पानी इन्होंने अगे रखते हैं, इन्हों का भी एक्सपीरियंस हो चुका था। उन्होंने को थोड़ी जी मालूमात ले लेने क्योंकि बाकी साढ़े कुछ दोस्त नवे भी आ रहे हैं, साढ़े जुड़ते पे ने, उन्होंने भी पता चल सके कि जनाब पानी नू किस तरीके नाल इस्तेमाल करना है, किस तरह बर्तन धोने ने, किस तरह पानी का इस्तेमाल करना। जे भाई दसो भाई समी साहब। ये सब तो पहले जो असीं अंदरों बर्तन चुकने ना तो फिर प्लेटां धोई दियां सब तो पहले। ठीक है ਉਹਦੇ बाद रोजाना ही मुसलसल दिन च 2 दफा सुबह भी ते शाम भी ठीक है अपना ਜਿਹੜੀਆਂ बर्तन ने बर्तन ਇਹ ਧੋਈ ਦੇ ਨੇ, ਪਲੇਟਾਂ ਧੋਈ ਦੀਆਂ ਜਿਹੜਾ ਬਿਲਕੁਲ ਸਾਫ਼ ਹੋਏ ਕਿ ਕਿਸੇ ਦੀ ਬਿੱਠ ਵਗੈਰਾ ਜਿਹੜੀ ਇਹਦੇ ਉੱਤੇ ਨਾ ਹੋਏ, ਕੋਈ ਗੰਦਗੀ ਨਾ ਹੋਏ। ठीक है ਤੇ ਇਹ ਜਿਹੜਾ ਨੇ ਪਲੇਟਾਂ ਸ਼ੇਟਾਂ ਧੋ ਕੇ ਫਿਰ ਬਾਅਦੋਂ ਜਿਹੜਾ ਪਾਣੀ ਛਾਣੀ ਅੱਗੇ ਰੱਖੀਦਾ ਵਾ, ਦਵਾਈ ਸ਼ਵਾਈ ਜੇ ਕੋਈ ਪਾਣੀ ਹੋਏ ठीक है ਉਹ ਪਾ ਲਈਦੀ ਹੈ। हाँ जी दोस्तों, डब्बे में जनाब उन्हें बिल्कुल साफ सुथरा करके इस तरीके ना जी इन्होंने को हर किस्म की सहूलत मौजूद है जनाब। कैपन सोहना जहा बने दा, शैड के नाल इन्हें कमरा बनाया, खुराक भी इत्थे रखी है, दवाई मेडिसिन भी इत्थे रखी है, नाल वाशरूम भी बनया होया। सब तो पहले ਇਹਨੂੰ ਸਾਫ਼ ਜਗ੍ਹਾ ਤੇ ਰੱਖਣਾ ਕਿ ਕਿਸੇ ਕਿਸਮ ਦੀ ਜਿਹੜੀ ਗੰਦਗੀ ਵਗੈਰਾ ਜਿਹੜਾ ਨਾ ਚੂਜ਼ੇ ਨੂੰ ਕਿਸੇ ਕਿਸਮ ਦੀ ਬਿਮਾਰੀ ਤੋਂ ਖੁਦ ਦੂਰ ਰੱਖਣਾ ਹੈ। बिल्कुल बिल्कुल इस तरीके नाल जी दोस्तों, ਕਿਉਂਕਿ ਜਿੰਨੀ ਜ਼ਿਆਦਾ ਮਿਹਨਤ ਕਰੋਗੇ ਉਨਾ ही ਤੁਹਾਨੂੰ ਫਾਇਦਾ ਇਹਦਾ। ਇਹਦੇ ਥੱਲੇ ਤੁਸੀਂ ਇੱਟਾਂ ਰੱਖੀ ਦੀਆਂ ਨੇ, ਕੀ ਵਜ੍ਹਾ ਕਿਉਂ ਇੱਟਾਂ ਰੱਖੀਆਂ ਥੱਲੇ? ਪਹਿਲੇ ਆਜ਼ਾਦ ਭਾਈ ਸਿੰਗਲ ਏਟ ਰੱਖੀ ਸੀ, ਚੂਜ਼ਾ ਤੋਂ ਛੋਟਾ ਸੀ। ठीक है ਫਿਰ ਡਬਲ ਏਟ ਕੀਤੀ ਕਿ ਚੂਜ਼ਾ ਕੋਈ ਜਿਹੜਾ ਇਹਦੇ ਤੇ ਕੋਈ ਗੰਦਗੀ ਵਗੈਰਾ ਕਿਸੇ ਕਿਸਮ ਦੀ ਕੋਈ ਵੀ ਕੂੜਾ ਕਰਕਟ ਜਿਹੜਾ ਇਹਦੇ ਤੇ ਬਿਲਕੁਲ ਨਾ ਪਏ। पेवे ਪੈਰਾਂ ਨਾਲ ਤੋ ਫੋਲਦਾ ਤੇ ਤੋ ਵਿੱਚ ਜਾਂਦੇ ਨੇ। ठीक है। नाले दूसरी एक चीज और दोस्तों ਤੁਹਾਨੂੰ ਦੱਸ ਦਿੰਦੇ ਆ, ਇੱਟ ਉੱਚਾ ਰੱਖਣ ਦਾ ਮਕਸਦ ਹੈ ਕਿ ਚੂਜ਼ਾ ਤਾਂ ਗਰਦਨ ਕਰਕੇ ਪਾਣੀ ਪੀਵੇ। ਠੀਕ ਹੈ, ਡੱਬੇ ਵੀ ਉੱਚੇ ਰੱਖਣ ਦਾ ਮਕਸਦ ਹੈ ਕਿ ਤਾਂ ਗਰਦਨ ਚੁੱਕ ਕੇ ਤੇ ਫਿਰ ਖੁਰਾਕ ਖਾਏ, ਉਹਦੇ ਨਾਲ ਗਰੋ ਜ਼ਿਆਦਾ ਕਰਦਾ। गर्दन जिन्नी चुक के पानी पिएगा, जिन्नी गर्दन चुक के करेगा खुराक खाएगा ना, उन्ना ही ज्यादा ग्रो जो चूजा वो करेगा। ते दूसरा नंबर है कि गंदगी तो बच सकता। तुसी असी कई दफा देखा कई फार्मां दे विच इट्टां नहीं रखियां होंदियां, थल्ले सिर्फ रख डब्बा रख दिंदे ने। इट्टां लाजमी रखनियां थल्ले, जिउं जिउं चूजा जवान होंदा जाएगा, जिउं जिउं इट दी तादाद जिहड़ी ਵਧਾਉਂਦੇ ਜਾਣਾ, ਤੁਸੀਂ ਉਹਨੂੰ ਥੋੜਾ ਉੱਚਾ ਕਰਦੇ ਜਾਣਾ ਜੀ। ਜ਼ਾਦ ਭਾਈ ਇਸ ਬਰਤਨ ਦਾ ਇੱਕ ਹੋਰ ਇਹ ਵੀ ਫਾਇਦਾ ਕਿ ਪਾਣੀ ਜਿਹੜਾ ਚੂਜ਼ਾ ਇਹਦੇ ਚ ਨਾ ਰੱਜ ਕੇ ਪੀਂਦਾ ਹੈ। ਰੱਜ ਕੇ ਪੀਂਦਾ। ਇੱਕ ਦੂਸਰੀ ਪਾਈਪਲਾਈਨ ਲੱਗੀ ਹੁੰਦੀ ਹੈ, ਚੂਜ਼ੇ ਜਿਹੜੇ ਨੇ ਇੱਕ ਦੂਜੇ ਤੇ ਚੜਦੇ ਨੇ, ਪਾਣੀ ਉਸ ਤਰ੍ਹਾਂ ਨਹੀਂ ਪੀਂਦੇ, ਉਹ ਇੱਕ ਇੱਕ ਕਤਰਾ ਆਂਦਾ, ਇੱਕ ਇੱਕ ਕਤਰਾ ਆਂਦਾ ਤੇ ਚੂਜ਼ਾ ਜਿਹੜਾ ਨਾ ਉਹ ਮੁਸ਼ਕਿਲ ਜਿਹਾ ਰਹਿੰਦਾ ਵਾ, ਤੇ ਇਹਦੇ ਚ ਖੋਲ ਡੋਲ ਕੇ ਪਾਣੀ ਪੀਂਦਾ ਬਿਲਕੁਲ। ਯਾਨੀ ਕਿ ਇਹ ਵਾਲਾ ਜਿਹੜਾ ਨਿਜ਼ਾਮ ਹੈ, ਜਿਹੜਾ ਸਿਸਟਮ ਹੈ, ਠੀਕ ਹੈਗਾ, ਬਿਹਤਰੀਨ ਹੈਗਾ। ਇਹਦੇ ਚ ਥੋੜੀ ਮਿਹਨਤ ਹੈ ਲੇਕਿਨ ਇਹਦੇ ਚ ਤੁਹਾਡਾ ਜਿਹੜਾ ਨਾ ਅੱਛਾ ਜਿਹੜਾ
ਪ੍ਰੋਫਿਟ ਅਗੇਨ ਹੁੰਦਾ ਵਾ। ਬਿਲਕੁਲ ਠੀਕ ਹੋ, ਯਾਨੀ ਕਿ ਪੈਪ ਵਾਲਾ ਜਿਹੜਾ ਸਿਸਟਮ ਉਹ ਥੋੜਾ ਤੁਹਾਨੂੰ ਪਸੰਦ ਨਹੀਂ ਆਇਆ। ਉਹ ਪਸੰਦ ਨਹੀਂ ਆਏਗਾ, ਲੇਕਿਨ ਇਹ ਜਿਹੜਾ ਇਹ ਜ਼ਿਆਦਾ ਲੀਜੀਬਲ ਹੈਗਾ। ਠੀਕ ਹੈ, ਯਾਨੀ ਕਿ ਇਹਦੇ ਚ ਚੂਜ਼ਾ ਖੁਸ਼ਹਾਲ ਰਹਿੰਦਾ, ਇਹਦੇ ਚੂਜ਼ਾ ਖੁਸ਼ਹਾਲ ਬਿਲਕੁਲ ਰੱਜ ਕੇ ਪਾਣੀ ਪੀ ਲੈਂਦਾ, ਵੈਕਸੀਨਾਂ ਵਗੈਰਾ ਰੱਜ ਕੇ ਹੋ ਜਾਂਦੀ ਇਹਦੇ ਵਿੱਚ, ਬਿਹਤਰੀਨ ਹੁੰਦੀ ਹੈ ਜੀ। ਤੇ ਹੋਰ ਭਾਈ ਸਮਝੋ ਤੁਹਾਡਾ ਵੀ ਕੋਈ ਤਜਰਬਾ ਹੋ ਗਿਆ? ਜੀ ਅਲਹਮਦੁਲਿਲਾ ਦੂਸਰਾ ਫਲਾਗ ਹੈ ਤੇ ਮਾਸ਼ਾਅੱਲਾ ਜਿਹੜਾ ਪਹਿਲੇ ਵੀ ਬਹੁਤ ਅੱਛਾ ਜਿਹੜਾ ਫਲਾਗ ਹੈ ਗੁਜ਼ਾਰਿਆ, ਤੇ ਇਸੇ ਤਰ੍ਹਾਂ ਹੀ ਰੂਟੀਨ ਵਾਈਜ਼ ਜਿਹੜਾ ਨਾ ਫਲਾਗ ਤੇ ਫਲਾਗ ਜਿਹੜਾ ਉਹ ਪਾਉਂਦੇ ਰਹਾਂਗੇ। ਅੱਲਾਹ ਖੈਰ ਕਰੇ, ਅੱਲਾਹ ਤੇ ਬਿਹਤਰ ਕਰੇ। ਇਹਦੇ ਚ ਇਹ ਜਿੰਨਾ ਹੀ ਵਕਤ ਗੁਜ਼ਾਰਾਂਗੇ ਉਹਨਾਂ ਜ਼ਿਆਦਾ ਸਾਡਾ ਐਕਸਪੀਰੀਅੰਸ ਹੋਏਗਾ। ਬਿਲਕੁਲ ਠੀਕ ਹੋ ਗਿਆ ਜੀ। ਦੋਸਤੋ ਵਿਊ ਤੁਸੀਂ ਚੈੱਕ ਕਰ ਲਿਆ ਜੀ ਭਾਈ ਗੁੱਜਰ ਸਾਹਿਬ ਦਾ ਔਰ ਭਾਈ ਸਮੀਉੱਲਾ ਸਾਹਿਬ ਦਾ ਮਾਲ ਤੁਸੀਂ ਚੈੱਕ ਕਰ ਲਿਆ ਜੀ। ਅੱਲਾਹ ਖੈਰ ਕਰੇ। ਇਹਨਾਂ ਦਾ ਦੂਸਰਾ ਫਲਾਕ ਹੈ, ਭਾਈ ਗੁੱਜਰ ਦਾ ਪਹਿਲਾ ਫਲਾਕ ਹੈ ਔਰ ਭਾਈ ਸਮੀਉੱਲਾ ਦਾ ਦੂਸਰਾ ਫਲਾਕ ਹੈ। ਅੱਲਾਹ ਖੈਰ ਕਰੇ। ਤੇ ਜਨਾਬ ਉਮੀਦ ਹੈ ਕਿ ਅੱਲਾਹ ਬਿਹਤਰ ਕਰੇਗਾ, ਇਹਨਾਂ ਦਾ ਅੱਛਾ ਰੇਟ ਲੱਗੇਗਾ ਔਰ ਅੱਛੀ ਪ੍ਰੋਫਿਟ ਆਏਗੀ। ਜਿਸ ਦਿਨ ਇਹ ਮਾਲ ਸੇਲ ਕਰ ਲੈਣਗੇ ਆਪਣਾ ਮੁਕੰਮਲ, ਉਸ ਦਿਨ ਵੀ ਅਸੀਂ ਆਵਾਂਗੇ, ਆ ਕੇ ਤੇ ਇਹਨਾਂ ਕੋਲੋਂ ਜਨਾਬ ਇਹ ਪੁੱਛਾਂਗੇ ਕਿ ਸਰਕਾਰ ਤੁਸੀਂ ਖਰਚਾ ਕਿੰਨਾ ਕੀਤਾ ਜੇ, ਤੁਹਾਨੂੰ ਬਚਿਆ ਕਿੰਨਾ ਜੇ, ਕਿਉਂਕਿ ਅਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਲਾਜ਼ਮੀ ਕਰਨਾ ਹੈ ਕਿ ਜਨਾਬ ਆਇਆ ਕਿ ਭਾਈ ਗੁੱਜਰ ਸਾਹਿਬ ਨੂੰ 4000 ਚੂਜ਼ੇ ਦੇ ਵਿੱਚੋਂ ਬਚਿਆ ਕੀ ਆ। ਮੁਲਤਾਨ ਤੋਂ ਜਨਾਬ ਇੱਥੇ ਆਏ ਦੇ ਨੇ, ਆਖਰ ਇੱਥੋਂ ਕੁਝ ਵੱਟ ਖੱਟ ਕੇ ਗਏ ਨੇ ਜਾਂ ਵੈਸੇ ਫਜ਼ੂਲ ਟਾਈਮ ਜ਼ਾਇਆ ਕਰਕੇ ਗਏ ਨੇ। ਇਹਦੇ ਵਿੱਚ ਇਹਨਾਂ ਨੂੰ ਕੋਈ ਤਜਰਬਾ ਹੋ ਗਿਆ ਜਾਂ ਇਹਨਾਂ ਨੂੰ ਕੁਝ ਲੱਭਦਾ ਵੀ ਪਿਆ ਕਿ ਜਾਂ ਬਸ ਵਕਤ ਹੀ ਜ਼ਾਇਆ ਕਰਨ ਦੇ ਨੇ। ਇਹ ਅਸੀਂ ਜਨਾਬ ਇਹਨਾਂ ਕੋਲ ਪੁੱਛ ਕੇ ਓਰੀਜਨਲ, ਦੇਖੋ ਪਹਿਲੇ ਤਾਂ ਸਾਡੇ ਕੋਲ ਭਾਈ ਬੱਗਾ ਸੀ, ਸਾਡਾ ਮਾਲ ਸੀ, ਕਈ ਦੋਸਤ ਇਤਰਾਜ਼ ਕਰਦੇ ਕਿ ਜਨਾਬ ਤੁਸੀਂ ਆਪਣੇ ਕੋਲੋਂ ਹੀ ਦੱਸ ਦਿਓ ਪ੍ਰੋਫਿਟ ਜੇ ਹੈ ਉਹ ਹੈ। ਤੀਸਰਾ ਬੰਦਾ ਸਾਡੇ ਕੋਲ ਆ ਗਿਆ ਜੀ, ਠੀਕ ਹੈ ਜੀ। ਇਹਨਾਂ ਕੋਲ ਅਸੀਂ ਇਹ ਕਿਉਂਕਿ ਇੱਕ ਦਿਨ ਦੇ ਜੂਜ਼ੇ ਤੋਂ ਲੈ ਕੇ ਹੁਣ 50 ਦਿਨਾਂ ਤੱਕ ਆ ਗਏ ਨੇ। ਇਹ ਜਿੱਦਣ ਇਹਨਾਂ ਮਾਲ ਵੇਚਣਾ ਇਹਨਾਂ ਕੋਲ ਓਰੀਜਨਲ ਇਮਾਨਦਾਰੀ ਨਾਲ ਗੁਫ਼ਤਗੂ ਕਰਾਂਗੇ ਕਿ ਸਰ ਦੱਸੋ ਤੁਹਾਨੂੰ ਕੁਝ ਬਚਿਆ ਜਾਂ ਨਹੀਂ ਬਚਿਆ। ਬਚਿਆ ਤਾਂ ਫਿਰ ਵੀ ਸਾਡੇ ਦੋਸਤਾਂ ਨੂੰ ਦੱਸੋ ਕਿ ਇਹ ਕਾਰੋਬਾਰ ਦੇ ਵਿੱਚ ਕੁਝ ਬਚਦਾ ਆ, ਇਹਨੂੰ ਕਰਨ ਦੀ ਕੋਸ਼ਿਸ਼ ਕਰੋ। ਅਗਰ ਨਹੀਂ ਬਚਦਾ ਤਾਂ ਫਿਰ ਵੀ ਦੱਸੋ ਕਿ ਜਨਾਬ ਇਹ ਕਾਰੋਬਾਰ ਨਹੀਂ ਸਹੀ ਹੈਗਾ, ਇਹਨੂੰ ਨਾ ਕਰੋ। ਠੀਕ ਹੈ ਦੋਸਤੋ, ਇਸ ਕਰਕੇ ਇਹ ਫਲਾਗ ਭਾਈ ਮੁਲਤਾਨ ਤੋਂ ਸਾਡੇ ਕੋਲ ਸਾਡੇ ਨਾਰੋਵਾਲ ਦੇ ਵਿੱਚ ਆਏ ਦੇ ਨੇ। ਅੱਲਾਹ ਖੈਰ ਕਰੇ। ਇਹਨਾਂ ਕੋਲ ਅਸੀਂ ਹਰ ਹਾਲ ਦੇ ਵਿੱਚ ਪੁੱਛਾਂਗੇ ਦੁਬਾਰਾ ਆ ਕੇ ਕਿ ਤੁਹਾਨੂੰ ਕੁਝ ਇਸ ਮਾਲ ਦੇ ਵਿੱਚ ਬਚਿਆ ਜਾਂ ਨਹੀਂ ਬਚਿਆ। ਕਿਉਂ ਭਾਈ ਜੀ? ਠੀਕ ਹੈ ਜੀ। ਇਨਸ਼ਾਅੱਲਾ ਜੀ, ਇਨਸ਼ਾਅੱਲਾ। ਉਹ ਕਈ ਦੋਸਤ ਸਾਡੇ ਇਤਰਾਜ਼ ਕਰਦੇ ਕਿ ਯਾਰ ਹੋ ਸਕਦਾ ਤੁਸੀਂ ਆਪਣੇ ਕੋਲੇ ਦੱਸੇ ਹੋਵੇ, ਆਪਣੀ ਵੀਡੀਓ ਦੇ ਚੱਕਰਾਂ ਦੇ ਵਿੱਚ ਦੱਸਦੇ ਹੋਗੇ, ਲੇਕਿਨ ਤੁਸੀਂ ਭਾਈ ਹਕੀਕਤ ਗੱਲ ਦੱਸਣੀ ਆ। ਨਹੀਂ ਬਿਲਕੁਲ ਅਸੀਂ ਓਰੀਜਨਲ ਹੀ ਕਿ ਦੱਸਾਂਗੇ ਤੁਹਾਨੂੰ ਕੁਝ ਬਚਿਆ ਇਸ ਕਾਰੋਬਾਰ ਦੇ ਵਿੱਚ ਹੈ ਕੁਝ ਜਾਂ ਨਹੀਂ ਹੈ। ਬਿਲਕੁਲ ਬਿਲਕੁਲ ਠੀਕ ਹੈ ਜੀ। ਹੁਣ ਅਸੀਂ ਭਾਈ ਜੀ ਇਹਨਾਂ ਕੋਲ ਪੁੱਛਾਂਗੇ ਕਿ ਆਇਆ ਇਹਨਾਂ ਕੁਝ ਬਚਿਆ ਜਾਂ ਨਹੀਂ ਬਚਿਆ। ਜੇ ਦੋਸਤੋ ਕਿਸੇ ਲੱਗੀ ਵੀਡੀਓ ਵਗੈਰਾ ਅੱਛੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਇਸ ਤਰ੍ਹਾਂ ਅਸੀਂ ਇਜਾਜ਼ਤ ਚਾਹਾਂਗੇ। ਅੱਲਾਹ ਹਾਫਿਜ਼।